ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਕਲਾਸ 10th ਦਾ ਚੈਪਟਰ 9 ਤਿਕੋਣਮਿਤੀ ਦੇ ਕੁਝ ਉਪਯੋਗ ਦੀ ਦੁਹਰਾਈ ਕਰਾਂਗੇ। ਇਸ ਤੋਂ ਪਹਿਲਾਂ ਦੀ ਵੀਡੀਓ ਦੇ ਵਿੱਚ ਇਹ ਤੁਸੀਂ ਚੈਪਟਰ ਪੂਰਾ ਹੱਲ ਕਰ ਚੁੱਕੇ ਹੋ। ਅੱਜ ਅਸੀਂ ਇਸ ਪਾਠ ਦੀ ਦੁਹਰਾਈ ਕਰਾਂਗੇ। ਇਸ ਤੋਂ ਪਹਿਲਾਂ ਬੇਟਾ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤਿਕੋਣਮਿਤੀ ਕੀ ਹੁੰਦੀ ਹੈ, ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਟ੍ਰਿਗਨੋਮੈਟਰੀ ਬੋਲਦੇ ਹਾਂ। ਤਿਕੋਣਮਿਤੀ ਦਾ ਮਤਲਬ ਹੈਗਾ ਆ ਤਿਕੋਣ ਦੇ ਤਿੰਨੇ ਭੁਜਾਵਾਂ ਦਾ ਮਾਪ ਤੇ ਤਿਕੋਣ ਦੇ ਤਿੰਨਾਂ ਕੋਣਾਂ ਦੇ ਵਿਚਕਾਰ ਅਧਿਐਨ ਕਰਨਾ। ਇਸ ਦੇ ਰਾਹੀਂ ਅਸੀਂ ਜੋ ਕਾਫੀ ਲੰਬੀ ਜੋ ਬਿਲਡਿੰਗਸ ਹੈਗੀਆਂ ਆ ਉਸ ਨੂੰ ਬਿਨਾਂ ਅਪਰੋਚ ਕੀਤੇ ਉਹਦੀ ਹਾਈਟ ਮੇਅਰ ਕਰ ਸਕਦੇ ਹਾਂ। ਧਰਤੀ ਤੋਂ ਗ੍ਰਹਿਾਂ ਦੀ ਦੂਰੀ ਪਤਾ ਕਰ ਸਕਦੇ ਹਾਂ। ਦੋ ਗ੍ਰਹਿਾਂ ਦੇ ਵਿਚਕਾਰ ਦੂਰੀ ਪਤਾ ਕਰ ਸਕਦੇ ਹਾਂ। ਸੋ ਇਹ ਜੋ ਤਿਕੋਣਮਿਤੀ ਹੈ ਇਸ ਦਾ ਉਪਯੋਗ ਕਾਫੀ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਜੋ ਸਾਡੇ ਖਗੋਲਿਕ ਵਿਗਿਆਨੀ ਸੀ ਇਸ ਦਾ ਉਪਯੋਗ ਪਹਿਲਾਂ ਵੀ ਕਰਦੇ ਰਹੇ ਸਨ ਔਰ ਇਸ ਦਾ ਉਪਯੋਗ ਉਹ ਧਰਤੀ ਤੋਂ ਗ੍ਰਹਿਾਂ ਦੀ ਦੂਰੀ, ਦੋ ਗ੍ਰਹਿਾਂ ਦੇ ਵਿਚਕਾਰ ਦੂਰੀ ਪਤਾ ਕਰਨ ਦੇ ਲਈ ਕਰਦੇ ਸਨ। ਜੋ ਇਸ ਦਾ ਉਪਯੋਗ ਬੇਟਾ ਇੱਕ ਨੈਵੀਗੇਸ਼ਨ ਦੇ ਲਈ ਵੀ ਕੀਤਾ ਜਾਂਦਾ ਸੀਗਾ। ਤੇ ਇਸ ਤੋਂ ਪਹਿਲਾਂ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡੇ ਸੰਸਾਰ ਦੀ ਜੋ ਸਭ ਤੋਂ ਉੱਚੀ ਪਹਾੜੀ ਹੈ ਮਾਊਂਟ ਐਵਰੈਸਟ, ਉਸ ਦੀ ਹਾਈਟ ਵੀ ਤਿਕੋਣਮਿਤੀ ਦੇ ਹੈਲਪ ਨਾਲ ਹੀ ਕੀਤੀ ਗਈ ਸੀ। ਉਸ ਦੇ ਲਈ ਬੇਟਾ ਇੱਕ ਡਿਵਾਈਸ ਯੂਜ਼ ਕੀਤਾ ਗਿਆ ਸੀਗਾ ਜਿਸ ਡਿਵਾਈਸ ਦਾ ਨਾਮ ਸੀਗਾ ਥਿਊਡੋਲਾਈਟ। ਥਿਊਡੋਲਾਈਟ ਦੇ ਵਿੱਚ ਬੇਟਾ ਕੀ ਸੀਗਾ ਕਿ ਇੱਕ ਦੂਰਬੀਨ ਲੱਗੀ ਹੋਈ ਸੀ ਜੋ ਘੁੰਮਦੀ ਸੀਗੀ। ਉਸ ਦੇ ਨਾਲ ਅਸੀਂ ਕਿਸੇ ਦੂਰ ਜੋ ਆਬਜੈਕਟ ਹੈਗਾ ਹੈ ਜਿਸ 'ਤੇ ਅਸੀਂ ਹਾਈਟ ਮੇਅਰ ਕਰਨੀ ਹੈ ਉਸ ਤੋਂ ਅਸੀਂ ਐਂਗਲ ਮੇਅਰ ਕਰ ਸਕਦੇ ਸੀਗੇ। ਉਸ ਦੇ ਵਿੱਚ ਕੀ 1852 ਈਸਵੀ ਦੇ ਵਿੱਚ ਥਿਊਡੋਲਾਈਟ ਜੋ ਡਿਵਾਈਸ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਸ ਦੀ ਹੈਲਪ ਦੇ ਨਾਲ ਜੋ ਪਹਾੜੀ ਹੈ ਮਾਊਂਟ ਐਵਰੈਸਟ, ਜਿਸ ਨੂੰ ਅਸੀਂ ਮਾਊਂਟ ਐਵਰੈਸਟ ਦੇ ਨਾਮ ਨਾਲ ਜਾਣਦੇ ਹਾਂ, ਉਸ ਨੂੰ 6 ਅਲੱਗ-ਅਲੱਗ ਕੇਂਦਰਾਂ ਤੋਂ ਅਬਜ਼ਰਵ ਕੀਤਾ ਗਿਆ ਤੇ ਉਸ ਦੇ ਐਂਗਲ ਮੇਅਰ ਕੀਤੇ ਗਏ ਉਸ ਕੇਂਦਰਾਂ 'ਤੇ ਜੋ ਬਣੇ। ਤੇ ਉਹਨਾਂ ਦੀ ਹੈਲਪ ਨਾਲ ਅਸੀਂ ਉਸ ਮਾਊਂਟ ਐਵਰੈਸਟ ਦੀ ਹਾਈਟ ਮਾਪੀ। ਉਸ ਤੋਂ ਬਾਅਦ ਉਸ ਦਾ ਜੋ ਇਸ ਨੂੰ ਹਾਈਟ ਮੇਅਰ ਕਰਨ ਵਿੱਚ ਜਿਹਨਾਂ ਨੇ ਬਹੁਤ ਮੇਨ ਰੋਲ ਨਿਭਾਇਆ ਸੀਗਾ ਡਾਕਟਰ ਸਰ ਜਾਰਜ ਐਵਰੈਸਟ, ਉਹਨਾਂ ਦੇ ਨਾਂ 'ਤੇ ਇਸ ਦਾ ਨਾਮ ਰੱਖਿਆ ਗਿਆ ਮਾਊਂਟ ਐਵਰੈਸਟ। ਹੁਣ ਬੇਟਾ ਇਹ ਦੇਖੋ ਕਿ ਜੋ ਅਸੀਂ ਥਿਊਡੋਲਾਈਟ ਦੀ ਹੈਲਪ ਨਾਲ ਇਸ ਨੂੰ ਮੇਅਰ ਕੀਤਾ ਸੀਗਾ ਮਾਊਂਟ ਐਵਰੈਸਟ ਦੀ ਹਾਈਟ ਨੂੰ, ਅਸੀਂ ਉਹਦੇ ਲਈ ਉਹਦੇ ਬਿਲਕੁਲ ਨਜ਼ਦੀਕ ਨਹੀਂ ਸੀਗੇ। ਅਸੀਂ ਦੂਰ ਤੋਂ ਹੀ ਬੈਠ ਕੇ ਲਗਭਗ 160 ਕਿਲੋਮੀਟਰ ਦੂਰੀ ਤੋਂ ਹੀ ਉਸ ਨੂੰ ਮੇਅਰ ਕਰ ਲਿਆ ਸੀਗਾ। ਤੇ ਇਸ ਤਰ੍ਹਾਂ ਦੀ ਹਾਈਟ ਮਾਪਣ ਦੇ ਜੋ ਮੈਥਡ ਨੂੰ ਅਸੀਂ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਹੈਗੇ ਆ, ਇਨਡਾਇਰੈਕਟ ਮੈਥਡ। ਸੋ ਬੇਸਿਕਲੀ ਜੋ ਤਿਕੋਣਮਿਤੀ ਦੀ ਹੈਲਪ ਨਾਲ ਕਿਸੇ ਵੀ ਅਸੀਂ ਆਬਜੈਕਟ ਦੀ ਹਾਈਟ ਮੇਅਰ ਕਰਦੇ ਹਾਂ ਦੈਟ ਇਜ਼ ਇਨਡਾਇਰੈਕਟ ਮੈਥਡ। ਠੀਕ ਹੈ, ਡਾਇਰੈਕਟ ਮੈਥਡ ਕਿਹੜਾ ਹੁੰਦਾ ਬੇਟਾ, ਜਦੋਂ ਅਸੀਂ ਮੰਨ ਲਓ ਅਸੀਂ ਖੁਦ ਮੈਂ ਆਪਣੀ ਇੰਚੀ ਟੇਪ ਨਾਲ ਆਪਣੀ ਹਾਈਟ ਮੇਅਰ ਕਰਦਾ ਪਿਆ ਉਹ ਦੈਟ ਇਜ਼ ਡਾਇਰੈਕਟ ਮੈਥਡ। ਅਸੀਂ ਸਕੇਲ ਦੀ ਹੈਲਪ ਨਾਲ ਇੱਕ ਲਾਈਨ ਦੀ ਲੈਂਥ ਮੇਅਰ ਕਰਦੇ ਹਾਂ, ਡਾਇਰੈਕਟ ਮੈਥਡ। ਬਟ ਜਦੋਂ ਅਸੀਂ ਦੂਰ ਬੈਠੇ ਕਿਸੇ ਆਬਜੈਕਟ ਦੀ ਹਾਈਟ ਮੇਅਰ ਕਰ ਲੈਂਦੇ ਹਾਂ ਫੋਰ ਐਗਜ਼ਾਮਪਲ ਤਿਕੋਣਮਿਤੀ ਦੀ ਹੈਲਪ ਨਾਲ, ਉਹ ਕਿਹੜਾ ਮੈਥਡ ਹੁੰਦਾ ਹੈ, ਇਨਡਾਇਰੈਕਟ ਮੈਥਡ। ਉਸ ਤੋਂ ਬਾਅਦ ਬੇਟਾ ਹੁਣ ਮੈਂ ਤਿਕੋਣਮਿਤੀ ਦੇ ਕੁਝ ਉਪਯੋਗ ਦੇ ਜਿਹੜੇ ਪਾਠ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕੁਝ ਬੇਸਿਕ ਕਨਸੈਪਟ ਬਾਰੇ ਦੱਸਣਾ ਚਾਹਾਂਗਾ, ਜਿਵੇਂ ਖਿਤਿਜ ਰੇਖਾ, ਦ੍ਰਿਸ਼ਟੀ ਰੇਖਾ, ਹੌਰੀਜ਼ੌਂਟਲ ਲਾਈਨ। ਠੀਕ ਹੈ, ਤੋ ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈਗਾ ਆ। ਉਚਾਨ ਕੋਣ, ਨਿਵਾਨ ਕੋਣ, ਇਸ ਦੇ ਬਾਰੇ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਉਹਦੇ ਬਾਅਦ ਅਸੀਂ ਇਸ ਪਾਠ ਦੀ ਦੁਹਰਾਈ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾਂ ਬੇਟਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਇਹਨਾਂ ਕਨਸੈਪਟ ਬਾਰੇ ਸਮਝਾਵਾਂਗਾ। ਮੰਨ ਲਓ ਕਿ ਇੱਕ ਬਿਲਡਿੰਗ ਹੈ, ਇਸ ਬਿਲਡਿੰਗ ਦੀ ਛੱਤ ਤੇ ਇੱਕ ਲੜਕਾ ਖੜਾ ਹੈ ਔਰ ਇਹ ਉਸ ਦਾ ਗਰਾਊਂਡ ਲੈਵਲ ਹੋ ਗਿਆ। ਇਹ ਲੜਕਾ ਇੱਥੇ ਇੱਕ ਪਤੰਗ ਜੋ ਉੱਡ ਰਹੀ ਹੈ ਉਸ ਨੂੰ ਦੇਖਦਾ ਹੈ। ਜਦੋਂ ਬੇਟਾ ਇਸ ਲੜਕੇ ਨੇ ਇਸ ਹਵਾ 'ਚ ਉੱਡ ਰਹੀ ਪਤੰਗ ਨੂੰ ਦੇਖਿਆ, ਇਸ ਪਤੰਗ ਦੇ ਜੇ ਇੱਕ ਬਿੰਦੂ ਨੂੰ ਤੇ ਇਸ ਲੜਕੇ ਦੀ ਅੱਖ ਨੂੰ ਜਦੋਂ ਇੱਕ ਰੇਖਾ ਮਿਲਾਏਗੀ ਉਸ ਨੂੰ ਅਸੀਂ ਕੀ ਬੋਲਾਂਗੇ, ਦ੍ਰਿਸ਼ਟੀ ਰੇਖਾ। ਠੀਕ ਹੈ, ਦ੍ਰਿਸ਼ਟੀ ਰੇਖਾ ਬੋਲਾਂਗੇ। ਹੁਣ ਇਹੀ ਲੜਕਾ ਜੇ ਬਿਲਕੁਲ ਸਾਹਮਣੇ ਦੇਖੇ, ਬਿਲਕੁਲ ਸਟ੍ਰੇਟ, ਔਰ ਉੱਥੇ ਇੱਕ ਬਿੰਦੂ ਨੂੰ ਉਸ ਸਟੇਟ ਜੋ ਆਬਜੈਕਟ ਦੇਖ ਰਿਹਾ ਉੱਥੋਂ ਦੇ ਬਿੰਦੂ ਨੂੰ ਔਰ ਇਸ ਦੀ ਅੱਖ ਨੂੰ ਅਗਰ ਅਸੀਂ ਮਿਲਾਵਾਂਗੇ ਤਾਂ ਉਹ ਇੱਕ ਰੇਖਾ ਬਣੇਗੀ ਜਿਸ ਨੂੰ ਅਸੀਂ ਕੀ ਬੋਲਾਂਗੇ,
ਖਿਤਿਜ ਰੇਖਾ। ਹੁਣ ਇਸ ਦ੍ਰਿਸ਼ਟੀ ਰੇਖਾ ਤੇ ਖਿਤਿਜ ਰੇਖਾ ਦੇ ਵਿਚਕਾਰ ਜੋ ਕੋਣ ਬਣਿਆ ਹੈਗਾ ਹੈ ਉਸ ਕੋਣ ਨੂੰ ਅਸੀਂ ਕੀ ਬੋਲਦੇ ਹੈਗੇ ਆ? ਉਚਾਨ ਕੋਣ। ਉਚਾਨ ਕੋਣ। ਇਸੇ ਦੌਰਾਨ ਇਸ ਲੜਕੇ ਦਾ ਕੋਈ ਦੋਸਤ ਉਸਦੇ ਗਲੀ ਦੇ ਵਿੱਚ ਆਇਆ ਔਰ ਉਸਨੂੰ ਆਵਾਜ਼ ਲਗਾਉਂਦਾ ਹੈ। ਜਦੋਂ ਇਹ ਲੜਕਾ ਇਸ ਨੂੰ ਆਵਾਜ਼ ਲਗਾਉਂਦਾ ਹੈ ਤੇ ਇਹ ਲੜਕਾ ਉਸ ਨੂੰ ਨੀਚੇ ਦੇਖਦਾ ਹੈ ਕਿ ਮੇਰੇ ਦੋਸਤ ਨੇ ਮੈਨੂੰ ਆਵਾਜ਼ ਲਗਾਈ ਹੈ, ਤੇ ਉਹ ਉਸ ਨੂੰ ਦੇਖਣ ਦੇ ਲਈ ਜਦੋਂ ਆਪਣੀ ਗਰਦਨ ਨੂੰ ਨੀਚੇ ਕਰੇਗਾ ਤੇ ਫਿਰ ਇਸ ਦੀ ਨਜ਼ਰ ਅੱਖ ਔਰ ਇਸ ਦੀ ਲੜਕੇ ਦੇ ਉੱਪਰ ਜੋ ਬਿੰਦੂ ਹੈ ਉਸ ਨੂੰ ਜੋ ਰੇਖਾ ਮਿਲਾਏਗੀ ਉਸ ਨੂੰ ਫਿਰ ਅਸੀਂ ਕੀ ਬੋਲਾਂਗੇ? ਦ੍ਰਿਸ਼ਟੀ ਰੇਖਾ। ਔਰ ਖਿਤਿਜ ਰੇਖਾ ਬੇਟਾ ਉਹੀ ਰਹੇਗੀ। ਖਿਤਿਜ ਰੇਖਾ ਇੱਕ ਹੋਰ ਹੈ ਜੋ ਇਸ ਹੋਰੀਜੈਂਟਲ ਦੇ ਲਾਈਨ ਦੇ ਪੈਰਲਲ ਹੋਏਗੀ। ਇਸ ਨੂੰ ਹੋਰੀਜੈਂਟਲ ਲਾਈਨ ਵੀ ਬੋਲਿਆ ਜਾਂਦਾ ਹੈਗਾ ਹੈ, ਗਰਾਊਂਡ ਦੇ ਬਿਲਕੁਲ ਪੈਰਲਲ ਹੋਏਗੀ। ਇਹ ਜੋ ਐਂਗਲ ਬਣੇਗਾ ਸਾਡਾ ਬੇਟਾ ਫਾਈ, ਜੋ ਇਸ ਲੜਕੇ ਨੂੰ ਦੇਖਣ ਤੇ ਬਣਿਆ ਹੈ ਦ੍ਰਿਸ਼ਟੀ ਰੇਖਾ ਤੇ ਖਿਤਿਜ ਰੇਖਾ ਦੇ ਵਿਚਕਾਰ, ਇਸ ਨੂੰ ਅਸੀਂ ਕੀ ਬੋਲਾਂਗੇ? ਨਿਵਾਨ ਕੋਣ। ਹੁਣ ਇੱਥੇ ਇੱਕ ਗੱਲ ਹੋਰ ਬੇਟਾ ਗੌਰ ਕਰਨ ਵਾਲੀ ਹੈਗੀ ਹੈ ਕਿ ਜੋ ਉਚਾਨ ਕੋਣ ਦੇ ਕੇਸ ਦੇ ਵਿੱਚ ਜੋ ਦ੍ਰਿਸ਼ਟੀ ਰੇਖਾ ਹੈ ਉਹ ਹਮੇਸ਼ਾ ਖਿਤਿਜ ਰੇਖਾ ਦੇ ਕੀ ਹੋਏਗੀ? ਉੱਪਰ ਹੋਵੇਗੀ, ਕਿਉਂਕਿ ਉਸਨੇ ਉਸ ਵਿੱਚ ਆਬਜੈਕਟ ਨੂੰ ਜੋ ਦੇਖਿਆ ਆ ਆਪਣੀ ਗਰਦਨ ਨੂੰ ਉੱਚਾ ਕਰਕੇ ਦੇਖਿਆ ਆ। ਇਸ ਕਰਕੇ ਇਸ ਦਾ ਨਾਮ ਤੋਂ ਹੀ ਕਲੀਅਰ ਹੈ ਉਚਾਨ ਕੋਣ। ਔਰ ਨਿਵਾਨ ਕੋਣ ਦੇ ਕੇਸ ਦੇ ਵਿੱਚ ਜੋ ਦ੍ਰਿਸ਼ਟੀ ਰੇਖਾ ਹੈ ਉਹ ਖਿਤਿਜ ਰੇਖਾ ਤੋਂ ਕੀ ਹੋਏਗੀ? ਨੀਚੇ ਹੋਏਗੀ, ਕਿਉਂਕਿ ਉਸਨੇ ਜੋ ਇਸ ਲੜਕੇ ਨੂੰ ਦੇਖਣ ਦੇ ਲਈ ਆਪਣੀ ਗਰਦਨ ਨੀਚੇ ਝੁਕਾਈ ਹੈ, ਜਿਸ ਤਰ੍ਹਾਂ ਮੈਂ ਝੁਕਾ ਰਿਹਾ ਹਾਂ। ਸੋ ਇਸ ਕਰਕੇ ਇਹ ਕਨਸੈਪਟ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਉਚਾਨ ਕੋਣ ਦੇ ਵਿੱਚ ਕੇਸ ਦੇ ਵਿੱਚ ਜੋ ਦ੍ਰਿਸ਼ਟੀ ਰੇਖਾ ਹੈ ਖਿਤਿਜ ਰੇਖਾ ਤੋਂ ਉੱਪਰ ਹੋਵੇਗੀ, ਔਰ ਨਿਵਾਨ ਕੋਣ ਦੇ ਕੇਸ ਦੇ ਵਿੱਚ ਜੋ ਦ੍ਰਿਸ਼ਟੀ ਰੇਖਾ ਹੈ ਖਿਤਿਜ ਰੇਖਾ ਦੇ ਨੀਚੇ ਹੋਵੇਗੀ। ਬੱਚੋ ਹੁਣ ਅਸੀਂ ਤਿਕੋਣਮਤੀ ਅਨੁਪਾਤ ਬਾਰੇ ਕੁਝ ਕਨਸੈਪਟ ਕਲੀਅਰ ਕਰਾਂਗੇ। ਇਸ ਦੇ ਵਿੱਚ ਬਹੁਤ ਇੱਕ ਦਿੱਕਤ ਆਉਂਦੀ ਹੈਗੀ ਹੈ ਕਿ ਅਸੀਂ ਸਾਈਨ ਥੀਟਾ ਜੋ ਟੀ ਰੇਸ਼ੋ ਜਿਸ ਐਂਗਲ ਦੀ ਲੈਣੀ ਹੁੰਦੀ ਹੈ, ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦੇ ਮੁਤਾਬਿਕ ਬੇਟਾ ਜੋ ਸਾਡੇ ਲੰਬ ਤੇ ਆਧਾਰ ਦੀ ਪੋਜੀਸ਼ਨ ਕੀ ਹੁੰਦੀ ਹੈ? ਚੇਂਜ ਹੋ ਸਕਦੀ ਹੈ। ਕਰਨ ਜੋ ਹੈ ਉਹ ਫਿਕਸਡ ਹੈ। ਉਹ ਸਭ ਤੋਂ ਜੋ ਲੰਬੀ ਭੁਜਾ ਹੁੰਦੀ ਹੈ ਸਮਕੋਣੀ ਤ੍ਰਿਭੁਜ, ਉਸ ਦੇ ਵਿੱਚ ਜੋ ਕਰਨ ਹੁੰਦੀ ਹੈ। ਤਿਕੋਣਮਿਤੀ ਦੇ ਕੁਝ ਉਪਯੋਗ ਪਾਠ ਦੇ ਵਿੱਚ ਜ਼ਿਆਦਾਤਰ ਅਸੀਂ ਸਮਕੋਣੀ ਤ੍ਰਿਭੁਜ ਬਾਰੇ ਹੀ ਗੱਲ ਕਰਾਂਗੇ। ਸਮਕੋਣੀ ਤ੍ਰਿਭੁਜ ਬੇਟਾ ਕਿਹੜੀ ਹੁੰਦੀ ਹੈ? ਜਿਹਦੇ ਵਿੱਚ ਇੱਕ ਕੋਣ 90 ਡਿਗਰੀ ਦਾ ਹੁੰਦਾ ਹੈ। ਜਿਵੇਂ ਮੈਂ ਤੁਹਾਡੇ ਸਾਹਮਣੇ ਇੱਕ ਤ੍ਰਿਭੁਜ ਡਰਾ ਕਰਦਾ ਪਿਆ ਹਾਂ ਬੇਟਾ, ਇਸ ਦੇ ਵਿੱਚ ਇਹ ਸਾਡੀ ਸਮਕੋਣੀ ਤ੍ਰਿਭੁਜ ਬਣ ਗਈ ਹੈ ABC। ਸਮਕੋਣ 90 ਡਿਗਰੀ ਦੇ ਕੋਣ ਦੇ ਸਾਹਮਣੇ ਵਾਲੀ ਜੋ ਭੁਜਾ ਹੋਏਗੀ ਬੇਟਾ ਉਹ ਹਮੇਸ਼ਾ ਕਿਹੜੀ ਹੋਏਗੀ? ਕਰਨ। ਹੁਣ ਇਹਨਾਂ ਚੋਂ ਲੰਬ, ਬਾਕੀ ਦੋ ਭੁਜਾਵਾਂ 'ਚ ਲੰਬ ਤੇ ਆਧਾਰ ਕਿਹੜਾ ਹੈ ਉਹ ਡਿਪੈਂਡ ਕਿਤੇ ਕਰੇਗਾ ਕਿ ਅਸੀਂ ਕਿਸ ਐਂਗਲ ਦੀ ਤਿਕੋਣਮਿਤੀ ਅਨੁਪਾਤ ਲੈ ਰਹੇ ਹਾਂ, ਟ੍ਰਿਗਨੋਮੈਟ੍ਰਿਕ ਰੇਸ਼ੋ ਲੈ ਰਹੇ ਹਾਂ। ਮੰਨ ਲਓ ਕਿ ਮੈਂ ਐਂਗਲ BAC ਜਿਸ ਨੂੰ ਮੈਂ ਥੀਟਾ ਨਾਮ ਦੇ ਦਿੱਤਾ, ਇਸ ਦਾ ਤਿਕੋਣਮਿਤੀ ਅਨੁਪਾਤ ਲੈਣਾ ਹੈਗਾ ਆ। ਹੁਣ ਬੇਟਾ ਹੋਏਗਾ ਕਿ ਇਸ ਥੀਟਾ ਦੇ ਬਿਲਕੁਲ ਸਾਹਮਣੇ ਵਾਲੀ ਜੋ ਭੁਜਾ ਹੈ ਉਹ ਸਾਡਾ ਕੀ ਹੋ ਜਾਏਗਾ? ਲੰਬ। ਤੇ ਇਹ ਜਿਹੜੀ ਭੁਜਾ ਹੈ, ਬਾਕੀ ਇੱਕ ਭੁਜਾ ਬਚ ਗਈ, ਉਹ ਸਾਡਾ ਕੀ ਹੋ ਜਾਏਗਾ? ਆਧਾਰ। ਹੁਣ ਦੇਖੋ ਅਗਰ ਮੈਂ ਬੋਲਦਾ ਹਾਂ ਸਾਈਨ ਥੀਟਾ, ਅਸੀਂ ਥੀਟਾ ਸਾਈਨ ਕਿਸ ਐਂਗਲ ਦਾ ਲੈ ਰਹੇ ਹਾਂ? ਇਸ ਐਂਗਲ ਥੀਟਾ ਦਾ। ਸਾਨੂੰ ਪਤਾ ਹੈ ਸਾਈਨ ਥੀਟਾ ਕਿਹਦੇ ਬਰਾਬਰ ਹੁੰਦਾ ਹੈਗਾ ਬੇਟਾ? ਲੰਬ ਬਟਾ ਕਰਨ। ਹੁਣ ਲੰਬ ਬੇਟਾ ਕਿਹੜਾ ਹੈਗਾ ਇੱਥੇ? BC। ਤੇ ਕਰਨ ਬੇਟਾ ਕਿਹੜਾ ਹੈਗਾ ਹੈ? AC। ਉਹਦੇ ਬਾਅਦ ਅਸੀਂ ਕੰਸੀਡਰ ਲੈਂਦੇ ਹਾਂ ਕੋਸ ਥੀਟਾ। ਕੋਸ ਥੀਟਾ ਬੇਟਾ ਕਿਹਦੇ ਬਰਾਬਰ ਹੋਏਗਾ? ਕੋਸ ਥੀਟਾ ਦੇਖੋ ਸਾਨੂੰ ਪਤਾ ਹੈ ਕਿਹਦੇ ਬਰਾਬਰ ਹੁੰਦਾ ਹੈ? ਆਧਾਰ ਬਟਾ ਕਰਨ। ਅਸੀਂ ਇੱਥੇ ਲਿਖਾਂਗੇ ਆਧਾਰ ਬਟਾ ਕਰਨ। ਹੁਣ ਬੇਟਾ ਆਧਾਰ ਕਿਹੜਾ ਹੈਗਾ ਆ? AB। ਤੇ ਕਰਨ ਕਿਹੜਾ ਹੈਗਾ ਬੇਟਾ? AC।
ਉਸ ਦੇ ਬਾਅਦ ਬੇਟਾ ਅਸੀਂ ਲੈਣੇ ਆ ਟੈਨ ਥੀਟਾ। ਟੈਨ ਥੀਟਾ ਇਹਦੇ ਵਿੱਚ ਬੇਟਾ ਦੇਖੋ ਸਾਡੇ ਕੋਲ ਟੈਨ ਥੀਟਾ ਸਾਨੂੰ ਪਤਾ ਕਿਹਦੇ ਬਰਾਬਰ ਹੁੰਦਾ ਹੈ, ਲੰਬ ਬਟਾ ਆਧਾਰ। ਸੋ ਲੰਬ ਬੇਟਾ ਇੱਥੇ ਆ ਜਾਏਗਾ ਸਾਡਾ, ਸਾਨੂੰ ਪਤਾ ਹੈ ਇਸ ਕੋਣ ਦੇ ਮੁਤਾਬਿਕ ਲੰਬ ਜੋ ਸਾਡਾ ਹੋ ਗਿਆ BC ਔਰ ਆਧਾਰ ਕਿੰਨਾ ਹੋ ਗਿਆ ਸਾਡਾ AB। ਔਰ ਇਹ ਸਾਡੀਆਂ त्रिकोणमितीय अनुपात आ गए, ट्रिग्नोमेट्रिक रेशियोज आ गई। उसके बाद सानू पता है बेटा जो कोसिकन थीटा हुंदा है वो किहदे बराबर होएगा, साइन थीटा का उल्ट, मतलब करण बटा लंब, जां असीं कह दिए AC बटा BC। सीकन थीटा बेटा किहदे बराबर होएगा, कोस थीटा का उल्ट, मतलब AC बटा AB। और कोट थीटा किहदा उल्ट होएगा बेटा, टैन थीटा का, मतलब AB बटा BC। सो ये असी जो त्रिकोणमिति अनुपात लिखे हैगे आ वो थीटा नू एंगल नू कंसीडर करके लिखे हैगे आ। हुण फर्क कित्थे बेटा पैंदा हैगा आ, सपोज कर लो कि मैं एंगल BCA नू नाम देता फाई, मैं इस फाई एंगल दियां त्रिकोणमिति अनुपात लेना चाहना है। अगर मैं कंसीडर करना है साइन फाई, हुण देखो बेटा साइन फाई जो फाई हैगा आ इहदे लई जो करण है वो AC ही रहना है, उन्हें चेंज नहीं होना हैगा। बट लंब ते आधार की पोजीशन की होनी है, इंटरचेंज हो जानी है। हुण फाई दे जो सामने वाली भुजा है, इस कोण के सामने वाली भुजा है वो की बन जाएगा इसके लिए लंब, और बेटा BC भुजा की बन जाएगी आधार। सो इहदे नाल की फर्क पेगा, देखो हुण साइन फाई किहदे बराबर आएगा, सानू पता है लंब बटा करण। हुण लंब किहड़ा हो गया बेटा AB, ते करण की आ गया AC, करण नहीं चेंज होना हैगा। उसके बाद कोस फाई जिवें मैं पहले दस चुका है, आधार बटा करण, आधार किहड़ा बन गया हुण BC, ते करण किहड़ा हैगा साडा बेटा AC। उसके बाद टैन फाई, टैन फाई दे लई वैल्यू की हुंदी है लंब बटा आधार। हुण लंब किहड़ा बेटा साडा AB, आधार किहड़ा है BC। इसे तरह जे इन्हां दी वैल्यू च फर्क पिया हैगा है तो कोसिकन फाई भी सानू पता है वो किहदा उल्ट होएगा, साइन फाई दा, की आ जाएगा बेटा AC बटा AB। सीकन फाई कोस फाई दे उल्ट आ जाएगा AC बटा BC, और कोट फाई टैन फाई दे उल्ट आ जाएगा BC बटा AB। जो सीकन फाई सी मैं तुहानूं फिर दसदा किहदा उल्ट सीगा, कोस फाई दा। मैं इत्थे लिख दिना ताकि तुसीं इत्थे गलती ना करो, कोस फाई मतलब AC बटा BC उहदा उल्ट। सो देखो कोण दे चेंज होने दे नाल त्रिकोणमिति जो अनुपात है उन्होंने वैल्यू दे विच किद्दां चेंज आती है, ये सानू जरूर पता होना चाहिए है। बच्चों आओ हुण असीं इस पाठ दे कुछ सवाल हल करिए। मैं इस पाठ का जो पहला सवाल कंसीडर कराया है उसकी स्टेटमेंट की हैगी है कि धरती ते एक मीनार सीधी खड़ी है। मान लो असीं एक डायग्राम नाल ड्रॉ करी जाने, मैं एक मीनार कंसीडर कर ली है AB। वो अगर धरती सीधी खड़ी है, मान लो ये साडा ग्राउंड लैवल हो गया, ये साडी ग्राउंड लैवल हो गया, इतने सीधी खड़ी है, इसका मतलब वो इस धरती ते की होएगी, लंब होएगी। इस नाल कितना डिग्री एंगल बनाएगी, 90 डिग्री का। धरती तो असी एक बिंदु, धरती ते एक बिंदु तो 15 मीटर दूर है। सो इत्थे एक बिंदु कंसीडर कर लैने आ C, जो इस मीनार तो कितनी दूरी ते हैगा बेटा 15 मीटर। हुण
मीनार के सिखर का उचान कोण 60 डिग्री है। इस बिंदु सी तो अगर असी इस मीनार के सिखर को देखांगे किसी डिवाइस की हैल्प नाल तो कितना कोण बनेगा 60 डिग्री का। उचान कोण कितना बनेगा बेटा 60 डिग्री का। सो अगर असी मैं रेखा में मिलाना ये तो यह बेटा 60 डिग्री का कोण बन गया उचान कोण। हुण अगर मैं तुहानूं उचान कोण का कंसैप्ट दसां तो यह जो BC रेखा होगी साडी किहड़ी रेखा होगी क्षितिज रेखा, तो AC रेखा किहड़ी होगी साडी दृष्टि रेखा। तो उन्होंने विचकार जो कोण बनया 60 डिग्री वो साडा किहड़ा हैगा आ उचान कोण। उहदे बाद सानूं पता करन की बोलिया गया है मीनार की उचाई। सो मीनार की उचाई पता करन नूं बोलिया गया है जो असी सवाल दे विच पता करनी है। सो बेटा अगर इस एंगल के कोरसपोंडिंग असी देखिए जिवें तुहानूं हुणी मैं दस के हटिया हाँ, तो इस एंगल के कोरसपोंडिंग त्रिकोणमिति अनुपात लैना है तो ये सामने वाली भुजा हो जाएगी वो की हो जाएगी साडे लई लंब और आधार साडा की हो जाएगा BC। करण किहड़ा है जो समकोण 90 डिग्री कोण के बिल्कुल सामने वाली भुजा की होगी साडी करण। हुण अगर असी सानूं 15 मीटर जो BC लेंथ हैगी पता दी हुई है तो असी मीनार की उचाई पता करनी हैगी है। मीनार की उचाई नूं मान लो मीनार की उचाई जो असी पता करनी है उसनूं अगर मैं H मान लेना है कंसीडर कर लेना तो असी समकोणी त्रिभुज समकोणी त्रिभुज ABC विच अगर मैं बेटा tan 60 की रेशो लेना है कोणमिति अनुपात लेना है सानूं पता है tan 60 के बराबर हुंदा है लंब बटा आधार। हुण 60 के कोरसपोंडिंग लंब किहड़ा हैगा बेटा 60 डिग्री कोण दे कोरसपोंडिंग AB तो बेटा आधार किहड़ा हैगा साडे को BC। हुण tan 60 डिग्री की वैल्यू सानूं पता बेटा कितनी हुंदी है √3। AB मीनार की उचाई है जो सानूं नहीं पता असी पता करनी है H। BC की वैल्यू सानूं पता है कितनी हैगी है 15। हुण इसका मुल पता करने के लिए असी करांगे जो 15 है उसनूं तिरछी गुना करके दूजे पासे ले आवांगे। सो 15 इधर आके वर्गमूल 3 नाल गुना हो जाएगा तो इस तरह साडा H का जो मुल आ जाएगा 15 × वर्गमूल 3 मीटर। ये साडी मीनार की उचाई आ गई। इत्थे असी √3 की जो स्टैंडर्ड वैल्यू हैगी है वो भी पुट कर सकते हैं 1.73। अगर इस तरह आंसर याद दोगे तद भी ठीक है, कोई तुहाडा गलत नहीं करेगा बेटा। तो इसका मतलब जो असी इस सवाल दे विच पता करना सीगा मीनार की उचाई कितनी आ गई हैगी है 15 वर्गमूल 3 मीटर। हुण इत्थे बेटा अगर तुहानूं त्रिकोणमिति अनुपात के सारे फार्मूले आते हैं तो असी की पता करना सानूं अगर ये पता चल जे असी सीधा उही त्रिकोणमिति अनुपात लवांगे जिसकी सानूं जरूरत है। क्योंकि मैनूं पता सीगा कि मीनार की उचाई मैं पता करनी है, आधार की लंबाई मैनूं दी हुई है तो tan 60 भी सानूं मुल पता है तो लंब पता करना है, आधार पता है तो लंब तो आधार सानूं पता इसका अनुपात किहदे विच आंदा हैगा tan दे विच। इस करके मैं सीधी किहदी रेशो लई tan 60 की। बच्चों आओ हुण असी इस पार्ट का अगला सवाल हल करिए। मैं अगला सवाल किहड़ा बेटा स्टेटमेंट कंसीडर करी हैगी है कि ये स्टेटमेंट सानूं दिता है कि हनेरी आउण नाल एक दरख्त टुट जाता है। असी सारे अपने आले दुआले देखते हैं कि जो बहुत तेज़ हनेरी चलती है तो कई दरख्त टुट जाते हैं ਅਤੇ टुटिया होया भाग इस तरह मुड़ जाता है कि दरख्त का शिखर जमीन नूं छूहण लगता है। तो इस स्टेट को मैं तुहानूं बाई पार्ट्स समझावांगा। मान लो कि ये साडे को एक दरख्त हैगा बेटा जो हनेरी आउण तो पहलां सीधा खड़ा होया सीगा। ये उस ग्राउंड पे खड़ा हैगा है। ये दरख्त साडे को ਇਹਦਾ शिखर हो गया ए, एक पॉइंट है बी विचकार और एस सी
जो जमीन ते हैगा पॉइंट। ये दरख्त बिल्कुल सीधा खड़ा होया है, हनेरी नहीं आई। जदों हनेरी आई ये दरख्त बी बिंदु तो टुट गया। हुण उहदे बाद की होएगा कि जदों इत्थों ये दरख्त टुट जाएगा, बी बिंदु तो टुट के जो इसका शिखर ए है वो जमीन नूं छूहण लगता है, जिवें उन्हें कहा होया है। सो ए बिंदु इत्थे आके जमीन नूं शिखर छूहण लग पेगा। टुटिया कित्थों है? बी बिंदु तो। ये साडा सी बिंदु हैगा है जो पहला ही उहदे जमीन ते सीगा। ये दरख्त का जो बाकी बचा हिस्सा है वो जमीन ते किहड़ी पोजीशन होएगा? लंब की पोजीशन 90 डिग्री का कोण बनाएगा। दरख्त का शिखर जमीन नूं छूहण लगता है, ये दरख्त का शिखर है जो जमीन नूं छूह रहा है अते इस दे नाल कितने डिग्री का कोण बना रहा बेटा? 30 डिग्री का। सो 30 डिग्री कोण असीं शो करता। दरख्त के आधार बिंदु, दरख्त का बेटा आधार बिंदु किहड़ा है? सी। जिथे दरख्त का शिखर जमीन नूं छूंहदा है वो किहड़ा बिंदु हैगा है? ए। 8 मीटर है। इन्हां दे विचकार दूरी कितनी हैगी है? 8 मीटर। तो दरख्त की उचाई पता करो। तो बेटा असी इस सवाल दे विच दरख्त की उचाई पता करनी है। मैं स्टेटमेंट एक बार फिर दोहरा दिना वा कि साडे कोल मान लो एक दरख्त है ए बी सी, हनेरी आन तो पहला बिल्कुल सीधा खड़ा सीगा। जदों हनेरी आई तो वह दरख्त विचकारों टुट गया, बिंदु बी तो टुट गया। बिंदु बी तो टुटन तो बाद जो इस दरख्त का शिखर ए है वो जमीन नूं छूहण लग पिया। उत्थे कितने डिग्री का कोण बनाया? 30 डिग्री का। सो असीं 30 डिग्री का कोण शो करता। उसदे बाद स्टेटमेंट की लिखिया होया है कि दरख्त के आधार बिंदु की दूरी, दरख्त का आधार बिंदु किहड़ा है? सी। कितों दूरी? जिथे दरख्त का शिखर शो रहा है उस तो दूरी कितनी हैगी है? 8 मीटर। सो यह 8 मीटर दूरी असीं शो करती। तो असीं पता की करना है दरख्त की उचाई। जदों दरख्त बेटा नहीं सी टुटिया, दरख्त की उचाई कितनी सी? ए वाली पूरी ए बी सी, मतलब ए बी प्लस बी सी। इत्थे भावें दरख्त टुट गया है, असीं दरख्त की अगर टोटल उचाई पता करनी है तो सानू बेटा बी सी भी पता करना पेगा तो ए बी भी पता करना पेगा। तो फिर उन्होंने आखिर ते जाके जोड़ देंगे तो साढ़े की आ जाएगी दरख्त की उचाई। इसका मतलब ये हो गया कि अगर असी दरख्त की उचाई पता करनी हैगी है सो दरख्त की उचाई के लिए सानू ये पता होना चाहिए कि असी की कुछ पता करना है। दरख्त की उचाई के बराबर होएगी ए बी प्लस बी सी। सो इसनों असी समीकरण 1 दे देने हाँ। उसके बाद ए बी तो बी सी असी किदां पता करना है? 1 बाय 1 असी पता करांगे। मान लो कि मैं पहला पता करना है ए बी, उसके लिए असी समकोणी त्रिभुज लैने हाँ। समकोणी त्रिभुज ए बी सी विच समकोणी त्रिभुज ए बी सी दे विच cos 30। cos 30 बेटा सानू पता है किसी भी एंगल का जो कोस हुंदा है किहड़े बराबर हुंदा है? लंब नहीं आना बेटा, सॉरी आधार बटा करण। हुण 30 डिग्री के कोरसपोंडिंग एंगल के कोरसपोंडिंग लंब किहड़ा हैगा है? बी सी। आधार किहड़ा हैगा है? ए सी। तो करण सानू पता है कि वो ए बी ही रहना है। सो आधार कितना आएगा? ए सी ते करण किहड़ा आएगा? ए बी। हुण इसके बाद असी नैक्सट स्टैप च चलते हाँ। वैल्यू पुट करन ते असी हुण मुल पता करांगे। cos 30 का मुल सानू बेटा पता हुंदा है कितना हुंदा है? वर्गमूल 3 बटा 2। ए सी का जो मुल है वो सानू पता वो भी कितना है? 8 दिता होया है। तो ए बी असी पता करना है। त्रिछी गुना करांगे बेटा, जो ए बी है वो गुना होके इस तरफ आ जाएगा
ठीक है, और 2 गुना होके इस तरफ चल जाएगा। सो ए बी गुना वर्गमूल 3, 2 इधर आ जाएगा, 8 गुना 2। सो ए बी वर्गमूल 3 बराबर 16। हुण ये जो वर्गमूल 3 है त्रिशी गुना होकर 16 नीचे चल जाएगा। सो ए बी का मुल कितना आ जाएगा 16 बटा वर्गमूल 3 मीटर। सो साढ़े को ए बी का मुल आ गया। इसमें समीकरण 2 दे देने हैं। इस दे बाद बेटा असीं मुल पता करना है बी सी का। सो इस दे लई असीं फिर वही समकोणी त्रिभुज दे विच tan 30 की वैल्यू लैने हाँ। tan 30 किसी भी एंगल का tan सानूं पता किहदे बराबर हुंदा है बेटा लंब बटा आधार। हुण लंब किहड़ा बेटा बी सी ते इहदे कोरसपोंडिंग आधार किहड़ा हैगा ए सी। tan 30 का मुल बेटा कितना हुंदा है सानूं सारिआं नूं पता होना चाहिए है 1 बटा वर्गमूल 3। बी सी का मुल सानूं नहीं पता, ए सी का मुल सानूं दिता होया है 8 मीटर। तिरछी गुना कर दो, 8 गुना तिरछी गुना ऊपर आ जाएगा। इत्थे आ जाएगा 8 बटा √3 बी सी। सो बी सी का मुल कितना आ गया साढ़े को 8 बटा √3 मीटर। ये साडा समीकरण आ गया 3। हुण बेटा असी मुल किहदा पता करना है दरख्त की उचाई का। सो दरख्त की उचाई के लिए असीं करांगे समीकरण 2 ਅਤੇ 3 तो ए बी कोमा बी सी का मुल समीकरण 1 विच भरो। सो ये असी मूल भर देने हाँ बेटा। समीकरण 2 तो सो दरख्त की उचाई बेटा कितनी आ जाएगी साढ़े को दरख्त की उचाई जो असी लिखी सीगी किहदे बराबर आ जाएगी। ए बी का मुल कितना आया साढ़े को 16 बटा √3 जमा 8 बटा √3 हर सेम है। √3 एलसीएम आ जाएगा। 16 जमा 8 कितना हो जाएगा बेटा 24 बटा √3। अगर असीं इहनूं रैशनलाइज करना होवे तो असीं करांगे √3 नाल गुना करांगे, √3 नाल डिवाइड कर देंगे। 24 √3 गुना √3 हर दे विच की आ जाएगा 3। सो ये इहदे नाल कैंसल हो सकता है। साढ़े को आंसर कितना आएगा √3 मीटर। तो इसका मतलब ये हो गया कि साढ़े जो दरख्त की उचाई है बेटा वो कितनी आ गई 8√3 मीटर। मैनू उम्मीद है बेटा तुहानू अज का लैक्चर बहुत ही चंगी तरह समझ आया होएगा। धन्यवाद।